कि 6वें महीने च तुसी आख रहे हो कि 14 ਸਰੂਪ नुकसाने गए और ये इसे साल दूजे महीने तुसी आखदे हो कि 80 ਸਰੂਪ नुकसाने गए और 4 साल गल कित्थे रही। ये 4 साल के बाद ऑफिस ऑर्डर क्यों निकलता? जो अग लगी पता तो उदों ही लग जाना कि रजिस्टर किन्ने ਸਰੂਪ अंदर से स्टॉक किन्ने। ये सारियां ऊंचाइयां सामने आ रही ने कि उत्थे 80 ਸਰੂਪ खत्म होए सीगे, कि उत्थे 14 ਸਰੂਪ सी, कि उत्थे 5 ਸਰੂਪ सी। ਇਹਦਾ मतलब है कि चाबी किसी के होर दे हत्थ है। चाबी उत्थे ही है जिन्हां दे घर असीं जाके अरदास करके आए हैं कि मेहरबानी करके दसो सानू 16 च अगर भेट होंदे ने 2020 तुसीं ऑफिस ऑर्डर बनाते पे हो और वो भी ठीक नहीं बना रहे। मैं समझदा कि बहुत वड्डा कपड़ा है, ये टोटल फेलियर है SGPC का। मेरे नारेबाजी हुई संगत दे विच, कोई दसम ग्रंथ दे ਜਿਹੜੀ कथा उत्थे चलती पई है, कीर्तन चल रहा होवे, कथा चल रही होवे, वाक हो रहा होवे ते बाहर उत्थे आपस च खाने जंगी हो रही हो। जे तुसी कथा करा रहे हो तुहाडी जिम्मेवारी है। टोटल कोलैप्स कर चुकी है SGPC भी और दिल्ली कमेटी भी प्रबंध के मामले में। ये प्रबंध की ऊंचाइयां ने SGPC ने तो कमाल ही कर छड्डी है कि एडे ਸਰੂਪ चले गए ने, पता ही नहीं। ਸਰੂਪ दिते तो डेरिया नूं है तुसी, ये बेदबी जिथे हुई हो डेरिया च हुई है। सर सुखबीर सिंह बादल बोलो की कसूर है चीफ सैकटरी का, या तुसी मेहता साहब नूं बिठा दिओ या तुसी क्लर्कां नूं सस्पेंड कर दिओ। तुसी दसो ऑर्डर किहनूं दिता सीगा? ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੱਖ-ਵੱਖ ਮੁੱਦਿਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨੇ ਤੇ ਲਿਆ ਹੈ। ਜੀਕੇ ਦਾ ਕਹਿਣਾ ਹੈ ਕਿ 2016 ਚ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਅਗਨ ਭੇਂਟ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ ਦੇ ਮਾਮਲੇ 'ਚ ਕਈ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਸ ਦੇ ਚੱਲਦਿਆਂ ਫਰਵਰੀ 2020 'ਚ SGPC ਵੱਲੋਂ ਜਾਰੀ ਕੀਤੇ ਗਏ ਆਫਿਸ ਆਰਡਰ 'ਚ ਅਗਨ ਭੇਂਟ ਹੋਏ ਜਾਂ ਨੁਕਸਾਨੇ ਗਏ ਸਰੂਪਾਂ ਦੀ ਗਿਣਤੀ 80 ਦੱਸੀ ਗਈ ਸੀ ਤੇ ਜੂਨ 2020 ਚ SGPC ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ 'ਚ 14 ਸਰੂਪਾਂ ਦੇ ਅਗਨ ਭੇਂਟ ਹੋਣ ਦੀ ਗੱਲ ਕਹੀ ਜਾਂਦੀ ਹੈ। ਉਹਨਾਂ ਸਵਾਲ ਖੜੇ ਕੀਤੇ ਨੇ ਕਿ ਆਖਿਰ 4 ਸਾਲ ਬਾਅਦ ਹੀ ਇਹ ਆਫਿਸ ਆਰਡਰ ਕਿਉਂ ਕੱਢਿਆ ਗਿਆ। 2 ਸਤੰਬਰ ਨੂੰ ਜਾਗੋ ਪਾਰਟੀ ਵੱਲੋਂ ਸਰ ਸੁਖਬੀਰ ਸਿੰਘ ਬਾਦਲ ਦੇ ਘਰ ਧਰਨਾ ਦਿੱਤਾ ਗਿਆ ਸੀ और ਉਹਦੇ ਪਿੱਛੇ ਇੱਕੋ ਗੱਲ ਸੀਗੀ ਕਿ ਸਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਜ਼ਮੀਰ ਜਾਗੇ, ਉਹ ਦੱਸਣ ਕਿ ਪਹਿਲੇ 13 ਸਰੂਪ, ਫਿਰ 267 ਸਰੂਪ, ਫਿਰ 327 ਸਰੂਪ, ਫਿਰ 453 ਸਰੂਪ। ਇਹ ਸਰੂਪ ਗਏ ਕਿੱਥੇ? ਗਏ ਤੇ ਤੁਹਾਡੇ ਹੁਕਮਾਂ ਨਾਲ ਹੈ और ये हले गल्लां चलदियां पईआं कि रोज़ नवीं चीज़ सामने आ जाती है। अज जो मैं तुहाडे नाल खुलासा करन लगा कि रामसर साहब तो 19 मई 2016, ये ध्यान करना जी, 19 मई 2016 हॉल नंबर 3 सुखासन साहब का उत्थों अग लगती है और जदों अग लगती है तो फायर ब्रिगेड आती है, पुलिस आती है। फायर ब्रिगेड नूं अंदर नहीं जान दिता जाता, पुलिस नूं अंदर नहीं जान दिता जाता और ये आख्या जाता है कि उत्थे सिर्फ जिहड़े ਸਰੂਪਾਂ की अगन भेंट होए ने वो 14 के करीब है या 13 के करीब है। लेकिन अज साडे कोल एक कागज़ हथ लगा है जिहड़ा ऑफिस ऑर्डर है और वो ऑफिस ऑर्डर की जिहड़ी डेट हैगी है वो हैगी है 24 फरवरी 2020। एक मिनट, ਇਹਦੀ डेट है 24 फरवरी 2020 और इस ऑर्डर ਦੇ ਵਿੱਚ ਆਖਿਆ ਜਾਂਦਾ है कि तकरीबन 80 ਸਰੂਪ ਜਿਹੜੇ ਨੇ 80 ਸਰੂਪ अगन भेंट हो गए, नुकसाने गए, पानी पै गया। और ये हुण इत्थे हिसाब लाओ, ये 2016 की घटना है जिधर रामसर साहब अग लगती 19 मई को। 4 साल बाद ये
ਆਫਿਸ ਆਰਡਰ ਨਿਕਲਦਾ ਹੈ ਔਰ 4 ਸਾਲ ਬਾਅਦ ਉਹ ਕਹਿੰਦੇ ਨੇ 80 ਸਰੂਪ ਜਿਹੜੇ ਨੇ ਉਹ ਨੁਕਸਾਨੇ ਗਏ। ਪ੍ਰੋਬਲਮ ਇਹ ਹੈ ਕਿ ਪ੍ਰੈਸ ਕਾਨਫਰੰਸ 27 ਜੂਨ 2020 ਨੂੰ, ਇਹ ਵੀ ਡੇਟ ਨੋਟ ਕਰੋ, SGPC ਪ੍ਰੈਸ ਕਾਨਫਰੰਸ ਕਰਦੀ ਹੈ ਔਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਰਜਿੰਦਰ ਸਿੰਘ ਮਹਿਤਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਔਰ ਸਰ ਰੂਪ ਸਿੰਘ ਜਿਹੜੇ ਚੀਫ ਸੈਕਟਰੀ ਨੇ ਬੈਠਦੇ ਨੇ ਔਰ ਉਹ ਆਖਦੇ ਨੇ ਕਿ 14 ਸਰੂਪ ਜਿਹੜੇ ਸੀ ਉਹ ਨੁਕਸਾਨੇ ਗਏ ਸੀ। ਹੁਣ ਇਹ ਦੇਖੋ ਕਿ 6ਵੇਂ ਮਹੀਨੇ 'ਚ ਤੁਸੀਂ ਆਖ ਰਹੇ ਹੋ ਕਿ 14 ਸਰੂਪ ਨੁਕਸਾਨੇ ਗਏ ਔਰ ਇਹ ਇਸੇ ਸਾਲ ਦੂਜੇ ਮਹੀਨੇ 'ਚ ਤੁਸੀਂ ਆਖਦੇ ਹੋ ਕਿ 80 ਸਰੂਪ ਨੁਕਸਾਨੇ ਗਏ ਔਰ 4 ਸਾਲ ਇਹ ਗੱਲ ਕਿੱਥੇ ਰਹੀ? ਇਹ 4 ਸਾਲ ਦੇ ਬਾਅਦ ਆਫਿਸ ਆਰਡਰ ਕਿਉਂ ਨਿਕਲਦਾ? ਜਦੋਂ ਅੱਗ ਲੱਗੀ ਪਤਾ ਤੇ ਉਦੋਂ ਹੀ ਲੱਗ ਜਾਣਾ ਕਿ ਰਜਿਸਟਰ 'ਚ ਕਿੰਨੇ ਸਰੂਪ ਅੰਦਰ ਸੀ, ਸਟਾਕ ਕਿੰਨੇ ਸੀ। ਇਹ ਹੋ ਕੀ ਰਿਹਾ? ਸਿਚੁਏਸ਼ਨ ਇਹ ਹੈ ਇਹ ਅਕਾਲ ਤਖਤ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਉਸ ਕਮੇਟੀ ਨੂੰ ਆਖਦੇ ਨੇ ਕਿ ਸਿਰਫ 5 ਸਰੂਪ ਨੁਕਸਾਨੇ ਗਏ। ਹੁਣ ਦੇਖੋ ਇੱਕੋ ਇਸ਼ੂ ਦੇ ਜਿਹੜੀ ਅੱਗ ਲੱਗੀ ਸੀਗੀ 19 ਮਈ 2016 ਨੂੰ, ਕਿਤੇ 80 ਕਹਿ ਰਹੇ ਹੋ ਫਰਵਰੀ 'ਚ, ਜੂਨ 'ਚ ਆ ਕੇ ਤੁਸੀਂ 14 ਕਹਿ ਰਹੇ ਹੋ ਔਰ ਅਕਾਲ ਤਖਤ ਦੀ ਕਮੇਟੀ ਨੂੰ 5 ਕਹਿ ਰਹੇ ਹੋ। ਪਤਾ ਹੀ ਨਹੀਂ ਲੱਗ ਰਿਹਾ ਇਹ ਕੀ ਹੋ ਰਿਹਾ ਹੈ। ਔਰ ਦੂਜੀ ਗੱਲ ਮੈਂ ਸਮਝਦਾ ਕਿ ਇਹ ਆਫਿਸ ਆਰਡਰ ਜਦੋਂ ਤੁਸੀਂ ਬਣਾ ਰਹੇ ਹੋ ਉਸ ਵੇਲੇ ਵੀ ਨਹੀਂ ਤੁਹਾਨੂੰ ਪਤਾ 4 ਸਾਲ ਬਾਅਦ ਕੀ ਹੋਇਆ, 4 ਸਾਲ ਪਹਿਲੇ ਕੀ ਹੋਇਆ। ਮੇਰਾ ਹੁਣ ਕਹਿਣਾ ਇਹ ਹੈ ਕਿ ਪਹਿਲੀ ਗੱਲ, ਆਫਿਸ ਆਰਡਰ ਜਿਹੜਾ ਤੁਸੀਂ ਇਹ 80 ਸਰੂਪ ਕੱਢਦੇ ਹੋ, ਕਵਲਜੀਤ ਸਿੰਘ ਆਫਿਸ ਆਰਡਰ ਪ੍ਰਿਪੇਅਰ ਕਰਦਾ ਜਿਹਦੇ ਉੱਤੇ ਸਾਰਾ ਇਹ ਇਲਜ਼ਾਮ ਲਾ ਰਹੇ ਨੇ ਇਹ ਸਾਰਾ ਕੁਝ ਉਹਨੇ ਕੀਤਾ, ਇਹ ਕਰਦਾ। ਗੋਇੰਦਵਾਲ ਸਾਹਿਬ ਜਿੱਥੇ ਸਰੂਪਾਂ ਦਾ ਸੰਸਕਾਰ ਹੁੰਦਾ ਉੱਥੇ ਐਂਟਰੀ ਕੋਈ ਨਹੀਂ, ਉਹਨੇ ਭੇਜੇ ਨੇ ਉੱਥੇ। ਔਰ ਰੂਪ ਸਿੰਘ ਚੀਫ ਸੈਕਟਰੀ ਸਾਹਿਬ ਔਰ ਮਹਿਤਾ ਸਾਹਿਬ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਾਹਿਬ, ਇਹ ਕਿਹਦੇ ਹੁਕਮਾਂ ਨਾਲ ਇਹ ਸਾਰੀਆਂ ਊਣਤਾਈਆਂ ਸਾਹਮਣੇ ਆ ਰਹੀਆਂ ਨੇ? ਕੀ ਉੱਥੇ 80 ਸਰੂਪ ਖਤਮ ਹੋਏ ਸੀਗੇ? ਕੀ ਉੱਥੇ 14 ਸਰੂਪ ਸੀ? ਕੀ ਉੱਥੇ 5 ਸਰੂਪ ਸੀ? ਇਹਦਾ ਮਤਲਬ ਹੈ ਕਿ ਚਾਬੀ ਕਿਸੇ ਦੇ ਹੋਰ ਦੇ ਹੱਥ ਹੈ। ਚਾਬੀ ਉੱਥੇ ਹੀ ਹੈ ਜਿਨ੍ਹਾਂ ਦੇ ਘਰ ਅਸੀਂ ਜਾ ਕੇ ਅਰਦਾਸ ਕਰਕੇ ਆਏ ਹਾਂ ਕਿ ਮਿਹਰਬਾਨੀ ਕਰਕੇ ਦੱਸੋ ਸਾਨੂੰ ਕਿ ਕਿੱਥੇ 13 ਸਰੂਪਾਂ ਤੋਂ ਚੱਲਦੇ 450 ਤੋਂ ਉੱਤੇ ਲੰਘ ਗਏ। ਅੱਜ ਇਹ ਨਵਾਂ ਸਾਡੇ ਕੋਲ ਆਰਡਰ ਆ ਗਿਆ ਇਹਨਾਂ ਦਾ ਕਿ 16 'ਚ ਅਗਰ ਭੇਟ ਹੁੰਦੇ ਨੇ, 2020 'ਚ ਤੁਸੀਂ ਆਫਿਸ ਆਰਡਰ ਬਣਾਉਂਦੇ ਪਏ ਹੋ ਔਰ ਉਹ ਵੀ ਠੀਕ ਨਹੀਂ ਬਣਾ ਰਹੇ। ਮੈਂ ਸਮਝਦਾ ਕਿ ਬਹੁਤ ਵੱਡਾ ਘਪਲਾ ਹੈ, ਇਹ ਟੋਟਲ ਫੇਲੀਅਰ ਹੈ SGPC ਦਾ, ਨਿਜ਼ਾਮ ਦਾ। ਗੁਰੂ ਮਹਾਰਾਜ ਦੇ ਸਰੂਪ ਜੇ ਤੁਸੀਂ ਨਹੀਂ ਸਾਂਭ ਸਕਦੇ ਤੇ ਹੋਰ ਤੁਸੀਂ ਕੀ ਸਾਂਭੋਗੇ? ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ 'ਚ ਦਸਮ ਗ੍ਰੰਥ ਦੀ ਕਥਾ ਦੇ ਦੌਰਾਨ ਹੋਏ ਤਕਰਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨਾਲ ਹੀ ਉਹਨਾਂ ਜੰਮੂ ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਸਥਾਨ ਨਾ ਦੇਣ ਤੇ ਕੇਂਦਰ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਨੂੰ ਬਣਦਾ ਦਰਜਾ ਦੇਣ ਲਈ ਸਾਨੂੰ ਲੜਨਾ ਪਿਆ ਤਾਂ ਅਸੀਂ ਲੜਾਂਗੇ। ਇੱਕ ਵਿਵਾਦ ਅੱਜ ਸਵੇਰੇ ਬੰਗਲਾ ਸਾਹਿਬ ਦੇਖਣ, ਸਵੇਰੇ ਨਾਅਰੇਬਾਜ਼ੀ ਹੋਈ ਸੰਗਤ ਦੇ ਵਿੱਚ ਔਰ ਹੋਈ ਦਸਮ ਗ੍ਰੰਥ ਦੇ ਜਿਹੜੀ ਕਥਾ ਉੱਥੇ ਚੱਲਦੀ ਪਈ ਹੈ। ਮੇਰਾ ਸਿਰਫ ਇੱਕੋ ਕਹਿਣਾ ਹੈ ਕਿ ਇਹ ਪ੍ਰਬੰਧਕੀ ਢਿੱਲ ਮੱਠ ਹੈ, ਇਹ ਪ੍ਰਬੰਧਕੀ ਨਾਕਾਮੀ ਹੈ। ਅਸੀਂ ਵੀ ਕਥਾ ਕਰਾਈ ਸੀ, ਸਾਡੇ ਵੇਲੇ ਵੀ ਹੋਈ ਸੀ ਦਸਮ ਗ੍ਰੰਥ ਸਾਹਿਬ ਦੀ ਕਥਾ, ਲੇਕਿਨ ਕਿਸੇ ਨੇ ਇੱਦਾਂ ਨਹੀਂ ਕੀਤਾ ਸੀਗਾ ਕਿ ਗੁਰੂ ਮਹਾਰਾਜ ਦਾ ਅੰਦਰੋਂ ਕੀਰਤਨ ਚੱਲ ਰਿਹਾ ਹੋਵੇ, ਕਥਾ ਚੱਲ ਰਹੀ ਹੋਵੇ, ਵਾਕ ਹੋ ਰਿਹਾ ਹੋਵੇ ਤੇ ਬਾਹਰ ਉੱਥੇ ਆਪਸ 'ਚ ਖਾਨੇ ਜੰਗੀ ਹੋ ਰਹੀ ਹੋਵੇ। ਇਹ ਵਿਵਾਦ ਤੁਹਾਡੇ ਦਫ਼ਤਰ 'ਚ ਕਿਉਂ ਨਹੀਂ ਇੱਕ ਦਿਨ ਪਹਿਲੇ ਖਤਮ ਕਰ ਲਿਆ? ਤੁਸੀਂ ਇਹਨਾਂ ਦੀ ਮੀਟਿੰਗ ਕਿਉਂ ਨਹੀਂ ਲਈ? ਤੁਹਾਡੇ 'ਚੋਂ ਕੋਈ ਪ੍ਰਬੰਧਕ ਸਵੇਰੇ ਆਇਆ ਕਿਉਂ ਨਹੀਂ? ਮੈਂ ਦੇਖ ਰਿਹਾ ਕੁਝ ਉੱਥੇ
ਘਰਾਂ 'ਚੋਂ ਉੱਠ ਕੇ ਲੇਡੀਜ਼ ਵੀ ਆਈਆਂ ਸਨ, ਕੁਝ ਉੱਥੇ ਬਾਣੇ 'ਚ ਵੀ ਸਿੰਘ ਹੈਗੇ ਸੀ, ਔਰ ਆਪੋ 'ਚ ਤਕਰਾਰ ਹੋ ਰਿਹਾ। ਮੈਂ ਸਮਝਦਾ ਵਾਂ ਕਿ ਇਹ ਤਕਰਾਰ ਉਸ ਸਥਾਨ 'ਤੇ ਹੋਣਾ ਗਲਤ ਹੈ। ਉਹਦੀ ਜ਼ਿੰਮੇਵਾਰੀ ਤੁਹਾਡੇ 'ਤੇ ਹੈ ਕਿ ਜੇ ਤੁਸੀਂ ਇਕੱਠਾ ਕਰਾ ਰਹੇ ਹੋ, ਤੁਹਾਡੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਦਫ਼ਤਰ 'ਚ ਬਹਿ ਕੇ ਮੁਕਾਇਆ ਜਾਵੇ, ਜਾਂ ਉੱਥੇ ਤੁਹਾਡਾ ਨਿਜ਼ਾਮ ਹੋਣਾ ਚਾਹੀਦਾ ਕਿ ਇਹੋ ਜਿਹੀ ਗੱਲ ਨਹੀਂ ਹੋਣ ਦੇਣੀ ਚਾਹੀਦੀ ਤੁਹਾਨੂੰ ਉੱਥੇ। ਮੈਂ ਸਮਝਦਾ ਕਿ ਟੋਟਲ ਕਲੈਪਸ ਕਰ ਚੁੱਕੀ ਹੈ SGPC ਵੀ ਔਰ ਦਿੱਲੀ ਕਮੇਟੀ ਵੀ ਪ੍ਰਬੰਧ ਦੇ ਮਾਮਲੇ ਦੇ ਵਿੱਚ। ਇਹ ਪ੍ਰਬੰਧਕੀ ਊਣਤਾਈਆਂ ਨੇ SGPC ਨੇ ਤਾਂ ਕਮਾਲ ਹੀ ਕਰ ਛੱਡੀ ਹੈ ਕਿ ਐਡੇ ਸਰੂਪ ਚਲੇ ਗਏ ਨੇ, ਪਤਾ ਹੀ ਨਹੀਂ। ਸਰੂਪ ਦਿੱਤੇ ਤਾਂ ਡੇਰਿਆਂ ਨੂੰ ਹੈ ਤੁਸੀਂ। ਇਹ ਬੇਦਬੀ ਜਿੱਥੇ ਹੋਈ ਉਹ ਡੇਰਿਆਂ 'ਚ ਹੋਈ ਹੈ। ਸਰ ਸੁਖਬੀਰ ਸਿੰਘ ਬਾਦਲ ਬੋਲੋ, ਕੀ ਕਸੂਰ ਹੈ ਚੀਫ ਸੈਕਟਰੀ ਦਾ? ਜਾਂ ਤੁਸੀਂ ਮਹਿਤਾ ਸਾਹਿਬ ਨੂੰ ਬਿਠਾ ਦਿਓ, ਜਾਂ ਤੁਸੀਂ ਕਲਰਕਾਂ ਨੂੰ ਸਸਪੈਂਡ ਕਰ ਦਿਓ। ਤੁਸੀਂ ਦੱਸੋ ਆਰਡਰ ਕਿਹਨੂੰ ਦਿੱਤਾ ਸੀਗਾ? ਇੱਕ ਸਰੂਪ, ਦੋ ਸਰੂਪ, 5 ਸਰੂਪ ਗਏ, ਹੁਣ ਗੱਲ ਬਣ ਲਈ ਹੈ। ਇਹ 500 ਤੋਂ ਗਿਣਤੀ ਟੱਪ ਚੁੱਕੀ ਹੈ ਹੁਣ ਤਾਂ। ਆਖਰੀ ਗੱਲ, ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਦੇ ਵਿੱਚ 5 ਜ਼ੁਬਾਨਾਂ ਨੂੰ ਮਾਨਤਾ ਦਿੱਤੀ ਗਈ ਹੈ। ਉਹਦੇ ਵਿੱਚ ਹਿੰਦੀ, ਉਰਦੂ, ਡੋਗਰੀ, ਇੰਗਲਿਸ਼ ਔਰ ਕਸ਼ਮੀਰੀ ਲੈਂਗੁਏਜ ਨੂੰ। ਅਫਸੋਸ ਕਿ ਪੰਜਾਬੀ ਜ਼ੁਬਾਨ ਨੂੰ ਨਹੀਂ ਦਿੱਤੀ ਗਈ। ਮੈਂ ਲੈਟਰ ਲਿਖ ਰਿਹਾ ਹੋਮ ਮਿਨਿਸਟਰ ਸਾਹਿਬ ਨੂੰ ਕਿ ਪੰਜਾਬੀ ਧਾਰਾ 370 ਹਟਣ ਤੋਂ ਪਹਿਲੇ ਸੀਗੀ, ਲੇਕਿਨ ਅੱਜ ਉਸ ਨੂੰ ਤੁਸੀਂ ਹਟਾ ਦਿੱਤਾ ਹੈ। ਔਰ ਅੱਜ ਅਗਰ ਜੰਮੂ ਕਸ਼ਮੀਰ ਹਿੰਦੁਸਤਾਨ ਦੇ ਕੋਲ ਹੈ ਤੇ ਉਹ ਪੰਜਾਬੀ ਬੋਲਣ ਵਾਲਿਆਂ ਕਰਕੇ ਹੈ ਕਿ ਉਹਨਾਂ ਨੇ ਉੱਥੋਂ ਦੀ ਭੱਜੇ ਨਹੀਂ। ਮੈਂ ਸਮਝਦਾ ਜੰਮੂ ਕਸ਼ਮੀਰ ਦੇ ਵਿੱਚ ਪੰਜਾਬੀ ਨੂੰ ਵੀ ਸਟੇਟਸ ਦੇਣਾ ਚਾਹੀਦਾ, ਜਿਹੜੀਆਂ ਤੁਸੀਂ 5 ਜ਼ੁਬਾਨਾਂ ਹੋਰ ਨੂੰ ਦਿੱਤੀਆਂ। ਦੂਜੀ ਗੱਲ, ਜੰਮੂ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਹੈ। ਇਹ ਸਿੱਖ ਰਾਜ ਦਾ, ਪੰਜਾਬ ਰਾਜ ਦਾ ਹਿੱਸਾ ਹੈ, ਤੇ ਇੱਥੇ ਪੰਜਾਬੀ ਕਿਉਂ ਨਾ ਹੋਵੇ? ਮੈਂ ਸਮਝਦਾ ਕਿ ਇਸ 'ਤੇ ਗਵਰਨਮੈਂਟ ਆਫ ਇੰਡੀਆ ਨੂੰ ਫੈਸਲਾ ਪੰਜਾਬੀ ਦੇ ਹੱਕ 'ਚ ਲੈਣਾ ਚਾਹੀਦਾ। ਬਹੁਤ ਵੱਡਾ ਰੋਸ ਜੰਮੂ ਕਸ਼ਮੀਰ 'ਚ ਹੈਗਾ, ਉੱਥੋਂ ਦੀ ਸੰਗਤ 'ਚ ਹੈਗਾ। ਮੇਰੀ ਸਾਰ ਸੁਦਰਸ਼ਨ ਸਿੰਘ ਵਜ਼ੀਰ ਨਾਲ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਸਾਰਾ ਐਕਸਪਲੇਨ ਕੀਤਾ। ਔਰ ਅਗਰ ਉਹ ਚਾਹਣਗੇ ਇਹਦੇ ਵਾਸਤੇ, ਅਗਰ ਲੀਗਲ ਕੰਮ ਕਰਨਾ ਹੋਵੇ ਜਾਂ ਸੜਕਾਂ 'ਤੇ ਉਤਰਨਾ ਹੋਵੇ, ਅਸੀਂ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਹਾਂ। ਅਸੀਂ ਇਹ ਲੜਾਈ ਲੜਨ ਨੂੰ ਤਿਆਰ ਹਾਂ, ਕਿਉਂਕਿ ਦਿੱਲੀ ਦੇ ਵਿੱਚ ਪੰਜਾਬੀ ਨੂੰ ਸੈਕੰਡ ਲੈਂਗੁਏਜ ਸਟੇਟਸ ਸਾਡੀ ਇੰਟਰਨੈਸ਼ਨਲ ਕਾਉਂਸਲ ਆਫ ਪੰਜਾਬੀ ਹੁੰਦੀ ਸੀ। ਸਰ ਦਲਵਿੰਦਰ ਸਿੰਘ ਉਹਦੇ ਪ੍ਰਧਾਨ ਰਹੇ ਸੀਗੇ, ਅਯੂਰ ਵਾਲੇ, ਔਰ ਉਹ ਅਸੀਂ ਲੜ ਕੇ ਇਸ ਨੂੰ ਦਵਾਇਆ ਸੀਗਾ। ਸਰ ਪੁਸ਼ਪਿੰਦਰ ਸਿੰਘ ਹੁੰਦੇ ਸੀਗੇ, ਹੋਰ ਬੜੀਆਂ ਸ਼ਖਸੀਅਤਾਂ ਸਾਡੇ ਨਾਲ ਸੀ, ਬਲਬੀਰ ਸਿੰਘ ਕੋਹਲੀ, ਨਵੀਨਪਾਲ ਸਿੰਘ ਭੰਡਾਰੀ। ਮੈਂ ਸਮਝਦਾ ਮੈਂ ਨਾਮ ਲੈਂਦੇ ਚਲੇ ਜਾਵਾਂ, ਬਹੁਤ ਲੋਕ ਸਾਡੇ ਨਾਲ ਜੁੜੇ ਸੀ। ਔਰ 1964 ਦੇ ਵਿੱਚ ਪਹਿਲੀ ਦਫਾ ਜਥੇਦਾਰ ਸੰਤੋਖ ਸਿੰਘ ਮੇਰੇ ਪਿਤਾ ਔਰ ਵਿਜੇ ਕੁਮਾਰ ਮਲਹੋਤਰਾ ਨੇ ਚਿੱਠੀ ਲਿਖੀ ਸੀ ਕਿ ਦਿੱਲੀ 'ਚ ਪੰਜਾਬੀ ਸੈਕੰਡ ਲੈਂਗੁਏਜ ਹੋਣੀ ਚਾਹੀਦੀ ਹੈ। 2003 ਦੇ ਵਿੱਚ ਕਿੰਨੇ ਦਸ਼ਕਾਂ ਬਾਅਦ ਅਸੀਂ ਕਾਮਯਾਬ ਹੋਏ ਸੀ, ਜਦੋਂ ਸੈਂਟਰ ਦੇ ਵਿੱਚ ਵਾਜਪਾਈ ਜੀ ਦੀ ਸਰਕਾਰ ਸੀ ਔਰ ਸਟੇਟ ਦੇ ਵਿੱਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਸੀ, ਪੰਜਾਬੀ ਨੂੰ ਸੈਕੰਡ ਲੈਂਗੁਏਜ ਸਟੇਟਸ ਮਿਲਿਆ। ਜੰਮੂ ਕਸ਼ਮੀਰ 'ਚ ਮਿਲਣਾ ਚਾਹੀਦਾ। ਸਿੱਖ ਰਾਜ ਦਾ ਹਿੱਸਾ ਸੀ ਜੰਮੂ ਕਸ਼ਮੀਰ। ਜੀਕੇ ਨੇ ਅਫਗਾਨਿਸਤਾਨ ਤੋਂ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ 'ਚ ਮਨਜਿੰਦਰ ਸਿੰਘ ਸਿਰਸਾ ਨੂੰ ਨਿਸ਼ਾਨੇ ਤੇ ਲਿਆ ਹੈ। ਉੱਥੋਂ ਅਫਗਾਨਿਸਤਾਨ ਤੋਂ ਸੰਗਤਾਂ ਆਈਆਂ ਔਰ ਸਰੂਪ ਆਏ, ਔਰ ਉਹ ਸਰੂਪ ਰਿਸੀਵ ਕਰਨ ਵਾਸਤੇ ਸਰਦਾਰ ਸਿਰਸਾ ਜੀ ਔਰ ਉਹਨਾਂ ਦੇ ਨਾਲ ਹੋਰ ਸ਼ਖਸੀਅਤਾਂ ਦਿੱਲੀ ਦੀਆਂ ਗਈਆਂ। ਮੈਂ ਵੀਡੀਓ ਦੇਖ ਰਿਹਾ ਸੀ ਕਿ ਜਦੋਂ ਸਿੰਘ ਸਰੂਪ ਲੈ ਕੇ ਆ ਰਹੇ ਸੀ, ਉਹਨਾਂ ਨੂੰ ਰੋਕ ਦਿੱਤਾ ਗਿਆ, ਰੁਕ ਜਾਓ, ਰੁਕ ਜਾਓ। ਜਦੋਂ ਮਹਾਰਾਜ ਦੀ ਸਵਾਰੀ ਆ ਰਹੀ ਹੁੰਦੀ ਹੈ, ਅੱਗੇ ਕੋਈ ਐਮਰਜੈਂਸੀ ਹੋਵੇ ਤੇ ਗੱਲ ਵੱਖਰੀ ਹੈ, ਲੇਕਿਨ ਇਸ ਲਈ ਰੋਕ ਦਿੱਤਾ ਗਿਆ ਕਿ ਫੋਟੋ ਖਿਚਾਉਣੀ ਹੈ, ਔਰ ਆਪਣੀ ਫੋਟੋ ਖਿਚਾਉਣ ਵਾਸਤੇ ਤੁਸੀਂ ਖੜੇ ਹੋ ਜਾਂਦੇ ਹੋ। ਫਿਰ ਗੁਰਦੁਆਰਾ ਕਮੇਟੀ ਦੀ ਪਾਲਕੀ ਸਾਹਿਬ ਬਾਹਰ ਆਈ ਹੈ, ਤੇ ਕਿੰਨੇ 9 ਸਰੂਪ ਸੀਗੇ, 8 ਸਰੂਪ, ਤੇ ਚਵਰ ਸਾਹਿਬ ਇੱਕ, ਇਹ ਅਵਗਿਆ ਹੈ। ਫਿਰ ਤੁਸੀਂ ਸਰੂਪ ਜਦੋਂ ਰੋਕ ਦਿੰਦੇ ਹੋ, ਮੱਥਾ ਨਹੀਂ ਟੇਕਦੇ ਕਿ ਰੋਕੋ ਰੋਕੋ, ਪਹਿਲੇ ਮੀਡੀਆ ਨੂੰ ਜਾਂ ਕਿਸੇ ਨੂੰ ਸੋਸ਼ਲ ਮੀਡੀਆ 'ਤੇ ਫੋਟੋ ਜਾਣ ਦਿਓ, ਫਿਰ ਤੁਸੀਂ ਆਪਣੇ ਆਪ ਤੁਸੀਂ ਸਰੂਪਾਂ ਦੀ ਸੇਵਾ ਕਰਨ 'ਚ ਲੱਗ ਜਾਂਦੇ ਹੋ। ਉਹਦੇ ਵਿੱਚ ਨਜ਼ਰ ਆ ਰਹੀਆਂ ਕਿ ਜੁਰਾਬਾਂ ਪਾ ਕੇ ਤੁਸੀਂ ਆਉਂਦੇ ਪਏ ਹੋ। ਮੈਂ ਸਮਝਦਾ ਵਾਂ ਕਿ ਗੁਰੂ ਦਾ ਸਤਿਕਾਰ, ਮਰਿਆਦਾ, ਇਤਿਹਾਸ, ਬਾਣੀ ਬਾਰੇ ਤੁਹਾਡੀ ਨੌਲੇਜ, ਔਰ ਅੱਜ ਗੁਰੂ ਦਾ ਸਤਿਕਾਰ ਤੁਹਾਡੇ ਹੱਥੋਂ ਦੇਖ ਲਿਆ। ਅੱਗੇ ਕੀ ਕੁਝ ਤੁਸੀਂ ਕਹਿ ਚੁੱਕੇ ਹੋ, ਕਰ ਚੁੱਕੇ ਹੋ, ਇਤਿਹਾਸ ਬਦਲ ਚੁੱਕੇ ਹੋ, ਉਹਦੀਆਂ ਗੱਲਾਂ ਤੁਸੀਂ ਛੱਡ ਦਿਓ। ਮੈਂ ਸਮਝਦਾ
ਸਮਾਂ ਸੀ ਕਿ ਜਦੋਂ ਦਸਮ ਪਿਤਾ ਬੈਠੇ ਹੁੰਦੇ ਸੀ ਨਾ ਤੇ ਪ੍ਰਸ਼ਾਦੀ ਹੱਥੀ ਚਵਰ ਕਰਦਾ ਸੀ ਗੁਰੂ ਦੇ ਉੱਤੇ। ਇਹ ਸਾਡੀ ਮਰਿਆਦਾ ਹੈ, ਲੇਕਿਨ ਤੁਸੀਂ ਆਪ ਹੀ ਮਰਿਆਦਾ ਦੀ ਧੱਜੀਆਂ ਉਡਾ ਰਹੇ ਹੋ। ਕੱਲ ਅਸੀਂ ਕਿਸੇ ਹੋਰ ਨੂੰ ਕੀ ਕਵਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਨਜ਼ਰ ਆ ਰਿਹਾ ਹੈ। ਮਨਜੀਤ ਸਿੰਘ ਜੀਕੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਚੁੱਕੇ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ 'ਚ ਕੀ ਜਵਾਬ ਦਿੰਦੀ ਹੈ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।